जी आए ਨੂੰ ਪਿਆਰੇ ਵਿਦਿਆਰਥੀਓ ਸੀਨੀਅਰ ਸੈਕੰਡਰੀ ਕਲਾਸਿਸ ਦੀ ਇੰਗਲਿਸ਼ ਦੀ ਕਿਤਾਬ ਇੰਗਲਿਸ਼ ਗ੍ਰਾਮਰ ਐਂਡ ਕੰਪੋਜੀਸ਼ਨ ਉਸ ਦਾ ਲੈਸਨ ਨੰਬਰ 19 ਦੇ ਨਾਲ ਜੁੜਿਆ ਹੋਇਆ ਰਿਵੀਜ਼ਨ ਮਟੀਰੀਅਲ ਆਫ ਟਰਮ 1 ਉਸ ਦਾ ਪੈਰਾਗ੍ਰਾਫ ਨੰਬਰ 8 ਲਾਸਟ ਪੈਰਾਗ੍ਰਾਫ ਜਿਹੜਾ ਹੈ ਤੇ ਰੀਡਿੰਗ ਕੰਪਰੀਹੈਂਸ਼ਨ ਉਹਦੀ ਕਰਨੀ ਹੈ ਤੇ ਉਹ ਅਸੀਂ ਇਸ ਵੀਡੀਓ 'ਚ ਕਰਨ ਜਾ ਰਹੇ ਹਾਂ। ਸੋ ਨੋਟਬੁੱਕ ਅਤੇ ਪੈਨ ਲੈ ਲਓ। ਪੈਰਾਗ੍ਰਾਫ ਦੀ ਰੀਡਿੰਗ ਨੂੰ, ਉਹਦੀ ਟਰਾਂਸਲੇਸ਼ਨ ਨੂੰ, ਤਰਜਮੇ ਨੂੰ ਬੜੇ ਧਿਆਨ ਦੇ ਨਾਲ ਸੁਣੋ। ਜਿਹੜੇ ਸ਼ਬਦ ਵਿੱਚ ਨਵੇਂ ਤੁਹਾਨੂੰ ਮਿਲਣਗੇ ਸੁਣਨ ਨੂੰ, ਉਹਨਾਂ ਦੇ ਅਰਥ ਦੱਸੇ ਜਾਣਗੇ, ਉਹ ਸਾਰੇ ਤੁਸੀਂ ਆਪਣੀ ਨੋਟਬੁੱਕ 'ਚ ਉਤਾਰ ਲੈਣੇ ਨੇ ਤੇ ਉਹਨਾਂ ਨੂੰ ਕੰਠ ਕਰਨਾ ਹੈ ਤੇ ਬਾਅਦ ਵਿੱਚੋਂ ਸਾਰੇ ਪੈਰਾਗ੍ਰਾਫ ਨੂੰ ਆਪਣੇ ਆਪ ਰੀਡ ਕਰਕੇ ਤੇ ਸਵਾਲਾਂ ਨੂੰ ਆਪਣੇ ਆਪ ਕਰਨ ਦਾ ਅਭਿਆਸ ਵੀ ਤੁਸੀਂ ਜ਼ਰੂਰ ਕਰਨਾ ਹੈ। ਸੋ ਸ਼ੁਰੂ ਕਰੀਏ। He really did look like a tourist. Tourist ਮੈਨੇ ਸੈਲਾਨੀ, ਜਿਹੜੇ ਬੰਦੇ ਸੈਰ ਸਪਾਟੇ ਲਈ ਜਾਂਦੇ ਨੇ। Really ਮੈਨੇ ਵਾਕਈ, ਕਹਿੰਦੇ ਵਾਕਈ ਹੀ ਲੱਗਦਾ ਸੀ ਕਿ ਉਹ ਇੱਕ ਸੈਲਾਨੀ ਸੀ। With a camera around his neck, ਕਿਉਂਕਿ ਕੈਮਰਾ ਜਿਹੜਾ ਸੀ ਉਹਦੇ ਗਲੇ ਵਿੱਚ ਪਿਆ ਸੀਗਾ। ਆਮ ਤੌਰ 'ਤੇ ਅਸੀਂ ਜਾਣਦੇ ਹੀ ਹਾਂ ਬੰਦੇ ਜਿਹੜੇ ਇਹੋ ਜਿਹੀ ਥਾਵਾਂ 'ਤੇ ਘੁੰਮਣ ਆਏ ਹੁੰਦੇ ਨੇ, ਪਿੱਛੇ ਇੱਕ ਪਿੱਠੂ ਜਿਹਾ ਹੁੰਦਾ, ਇੱਕ ਝੋਲਾ ਹੁੰਦਾ, ਬੈਗ ਹੁੰਦਾ ਅਤੇ ਇੱਕ ਕੈਮਰਾ ਉਹਨਾਂ ਦੇ ਗਲੇ 'ਚ ਹੁੰਦਾ ਅਤੇ ਅਸੀਂ ਅੰਦਾਜ਼ਾ ਲਗਾ ਲੈਂਦੇ ਹਾਂ ਵੀ ਇਹ ਬੰਦੇ ਘੁੰਮਣ ਫਿਰਨ ਆਏ ਹੋਏ ਨੇ। ਸੋ ਵਿਦ ਅ ਕੈਮਰਾ ਅਰਾਊਂਡ ਹਿਜ਼ ਨੈਕ, ਉਹਦੇ ਗਲੇ ਵਿੱਚ ਪਿਆ ਕੈਮਰਾ, ਐਂਡ ਅ ਬੋਟਲ ਆਫ ਸਨਸਕ੍ਰੀਨ, ਅਤੇ ਸਨਸਕ੍ਰੀਨ ਦੀ ਇੱਕ ਬੋਤਲ। ਸਨਸਕ੍ਰੀਨ ਬੱਚੇ ਇੱਕ ਲੋਸ਼ਨ ਜਿਹਾ ਹੁੰਦਾ ਹੈ, ਪਤਲੀ ਕਰੀਮ ਹੁੰਦੀ ਹੈ। ਜ਼ਿਆਦਾਤਰ ਇਹ ਲੋਕ ਜਿਹੜੇ ਯੂਰਪੀਅਨ ਲੋਕ ਨੇ ਜਿਨ੍ਹਾਂ ਦੀ ਚਮੜੀ ਬਹੁਤ ਗੋਰੀ ਹੁੰਦੀ ਹੈ ਅਤੇ ਧੁੱਪ ਵਿੱਚ ਬੜੀ ਸੈਂਸੀਟਿਵ ਹੁੰਦੀ ਹੈ, ਅਤੇ ਕਿਉਂਕਿ ਯੂਰਪ ਵਿੱਚ ਇੰਨੀ ਤਿੱਖੀ ਧੁੱਪ ਨਹੀਂ ਹੁੰਦੀ ਅਤੇ ਜਦੋਂ ਉਹ ਧੁੱਪ ਵਾਲੇ ਇਲਾਕਿਆਂ 'ਚ ਆਉਂਦੇ ਨੇ ਅਤੇ ਫਿਰ ਸਨਸਕ੍ਰੀਨ ਆਪਣੇ ਮੂੰਹ ਅਤੇ ਹੱਥਾਂ 'ਤੇ ਲਾ ਲੈਂਦੇ ਨੇ, ਨਹੀਂ ਤਾਂ ਤਿੱਖੀ ਧੁੱਪ ਕਰਕੇ ਉਹਨਾਂ ਦੀ ਸਕਿਨ ਲੂ ਹੋ ਜਾਂਦੀ ਹੈ, ਜਿਹਨੂੰ ਅੰਗਰੇਜ਼ੀ ਵਿੱਚ ਕਿਹਾ ਜਾਂਦਾ ਸਨਬਰਨ, ਅਤੇ ਉਹਨਾਂ ਦਾਗ ਪੈ ਜਾਂਦੇ ਨੇ ਅਤੇ ਫਿਰ ਉਹ ਦੁਖਦੀ ਵੀ ਹੈ। ਅਤੇ ਉਹ ਤੋਂ ਬਚਣ ਲਈ ਇਹ ਲੋਕ ਲੋਸ਼ਨ ਯੂਜ਼ ਕਰਦੇ ਨੇ ਜੋ ਧੁੱਪ ਤੋਂ, ਤਿੱਖੀ ਧੁੱਪ ਤੋਂ, ਚਿੱਟੀ ਜਿਹੜੀ ਸੈਂਸੀਟਿਵ ਚਮੜੀ ਹੈ ਉਹਦਾ ਬਚਾਅ ਹੁੰਦਾ ਹੈ, ਅਤੇ ਉਹਨੂੰ ਕਿਹਾ ਜਾਂਦਾ ਹੈ ਸਨਸਕ੍ਰੀਨ। ਠੀਕ ਹੈ, ਸਕਰੀਨ ਮੈਨੇ ਪਰਤ, ਮਤਲਬ ਕਿ ਉਹ ਇੱਕ ਸਨ ਦੇ ਵਿੱਚ ਅਤੇ ਚਮੜੀ ਦੇ ਵਿੱਚ ਇੱਕ ਸਕਰੀਨ ਦਾ ਕੰਮ ਕਰਦੀ ਹੈ, ਪਰਤ ਦਾ ਬੈਰੀਅਰ ਦਾ ਕੰਮ ਕਰਦੀ ਹੈ। ਸੋ ਆ ਬੋਟਲ ਆਫ ਸਨਸਕ੍ਰੀਨ ਸਟਿਕਿੰਗ ਆਊਟ ਆਫ ਹਿਸ ਟੋਟ ਬੈਗ। ਟੋਟ ਬੈਗ ਹੁੰਦਾ ਵਿੱਚ ਝੋਲਾ, ਜਿੱਦਾਂ ਅਸੀਂ ਦੇਸੀ ਝੋਲੇ ਨਹੀਂ ਹੁੰਦੇ, ਆਪਣਾ ਇੱਦਾਂ ਸੀਤਾ ਹੁੰਦਾ ਅਤੇ ਦੋਨੋਂ ਪਾਸੇ ਤਣੀਆਂ ਹੁੰਦੀਆਂ, ਉਹਨੂੰ ਫੜ ਲੈਂਦੇ ਹਾਂ, ਦੋ ਹੈਂਡਲ ਹੁੰਦੇ ਨੇ ਅਤੇ ਉੱਪਰੋਂ ਦੀ ਖੁੱਲ੍ਹਾ ਹੁੰਦਾ, ਉਹਨੂੰ ਅਸੀਂ ਕਹਿੰਦੇ ਹਾਂ ਝੋਲਾ ਆਪਣੀ ਪੰਜਾਬੀ 'ਚ, ਅਤੇ ਅੰਗਰੇਜ਼ੀ ਕਹਿੰਦੇ ਟੋਟ ਬੈਗ। ਕਹਿੰਦੇ ਉਹਦਾ ਟੋਟ ਬੈਗ ਜਿਹੜਾ ਸੀਗਾ ਉਹਦੇ ਵਿੱਚੋਂ ਬਾਹਰ ਨਜ਼ਰ ਆ ਰਹੀ ਸੀ ਸਨਸਕ੍ਰੀਨ ਦੀ ਬੋਤਲ। ਦੀ ਪੋਰਟਲੀ ਮੈਨ, ਪੋਰਟਲੀ ਦਾ ਮਤਲਬ ਹੁੰਦਾ ਮੋਟਾ। ਜੇ ਮੋਟਾ ਨਾ ਕਹਿਣਾ ਹੋਵੇ, ਮੋਟਾ ਬੰਦਾ ਕਿਹਨੂੰ ਸੁਣਨ ਨੂੰ ਔਖਾ ਲੱਗਦਾ, ਅਤੇ ਅਸੀਂ ਕਹਿੰਦੇ ਭਾਰੇ ਜੁੱਸੇ ਵਾਲਾ, ਸਟਾਊਟ, ਤਗੜਾ। ਸੋ ਦੀ ਪੋਰਟਲੀ ਮੈਨ, ਉਹ ਭਾਰਾ ਤਗੜਾ ਆਦਮੀ ਜਿਹੜਾ ਸੀ, ਸੈਟ ਔਨ ਦੀ ਟੈਰਿਸ, ਉਹ ਖੁੱਲ੍ਹੀ ਛੱਤ ਦੇ ਉੱਤੇ ਚਬੂਤਰੇ ਉੱਤੇ ਬੈਠਾ ਹੋਇਆ ਸੀ। ਪ੍ਰੀਟੈਂਡਿੰਗ ਟੂ ਲੁੱਕ, ਅਤੇ ਇੱਦਾਂ ਉਹ ਪ੍ਰਭਾਵ ਦੇ ਰਿਹਾ ਸੀ, ਮਤਲਬ ਅਸਲ ਵਿੱਚ ਨਹੀਂ ਕਰ ਰਿਹਾ। ਪ੍ਰੀਟੈਂਡ ਮੈਨੂੰ ਹੁੰਦਾ ਬਹਾਨਾ ਕਰਨਾ। ਪ੍ਰੀਟੈਂਡਿੰਗ ਟੂ ਲੁੱਕ ਐਟ, ਅਤੇ ਪ੍ਰਭਾਵ ਦੇ ਰਿਹਾ ਸੀ ਕਿ ਜਿਵੇਂ ਉਹ ਦੇਖ ਰਿਹਾ ਹੋਵੇ। ਕਿਤੇ ਦੇਖ ਰਿਹਾ, ਗਲੋਸੀ ਮੈਨੇ ਚਮਕਦਾਰ, ਬਰੋਸ਼ਰ ਮੈਨੇ ਬੁਕਲੈਟ, ਕਿਤਾਬਚਾ। ਉਹ ਜਿਹੜਾ ਚਮਕਦਾਰ ਬਰੋਸ਼ਰ ਸੀ ਉਹ 'ਤੇ ਦੇਖਦਾ ਪਿਆ ਸੀ, ਦੇਖਣ ਦਾ ਪ੍ਰਭਾਵ ਦੇ ਰਿਹਾ ਸੀ। ਉਹ ਬਰੋਸ਼ਰ ਕਿਹੜਾ ਸੀ? ਕਰੂਜ਼। ਕਰੂਜ਼ ਹੁੰਦਾ ਹੈ ਪਾਣੀ ਵਾਲੇ ਜਹਾਜ਼ ਦੀ ਸੈਰ। ਸੋ ਪਾਣੀ ਵਾਲੇ ਜਹਾਜ਼ ਦੀ ਸੈਰ ਨਾਲ ਜੁੜਿਆ ਹੋਇਆ ਜਿਹੜਾ ਚਮਕਦਾਰ ਲਿਸ਼ਕਦਾ ਬਰੋਸ਼ਰ ਕਿਤਾਬਚਾ ਸੀ, ਉਹਨੂੰ ਦੇਖਣ ਦਾ ਪ੍ਰਭਾਵ ਦੇ ਰਿਹਾ ਸੀ। ਕਹਿੰਦੇ ਹਿਜ਼ ਸਨ ਗਲਾਸਿਸ, ਉਹਦੀਆਂ ਜੋ ਧੁੱਪ ਵਾਲੀਆਂ ਐਨਕਾਂ ਸਨ, ਸਨ ਗਲਾਸਿਸ ਨੂੰ ਧੁੱਪ ਵਾਲੀਆਂ ਐਨਕਾਂ, ਮਾਸਕਡ ਹਿਜ਼ ਆਈਜ਼, ਉਹਨਾਂ ਐਨਕਾਂ ਨੇ ਉਹਦੀਆਂ ਅੱਖਾਂ ਨੂੰ ਢੱਕਿਆ ਹੋਇਆ ਸੀ, ਵੀ ਇਹਦੀ ਅੱਖਾਂ ਦਾ ਨਹੀਂ ਪਤਾ ਲੱਗ ਰਿਹਾ ਸੀ, ਕਿਉਂਕਿ ਜਿਹੜੀ ਸਨ ਗਲਾਸਿਸ ਹੁੰਦੀ ਹੈ ਇਹਨਾਂ ਦੇ ਗੂੜੇ ਕਾਲਾ ਜਾਂ ਗੂੜਾ ਭੂਰਾ ਜਿਹੜਾ ਹੁੰਦਾ ਉਹ ਰੰਗ ਹੁੰਦਾ ਹੈ। ਬਟ ਆਈ ਨਿਊ, ਕਹਿੰਦੇ ਪਰ ਮੈਨੂੰ ਪਤਾ ਹੈ, ਲਿਖਾਰੀ ਕਹਿ ਰਿਹਾ ਹੈ ਜਿਹੜਾ ਇਹ ਗੱਲ ਬਿਆਨ ਕਰ ਰਿਹਾ, ਕਹਿੰਦਾ ਬਟ ਆਈ ਨਿਊ, ਪਰ ਮੈਨੂੰ ਪਤਾ ਸੀ, ਹੀ ਵਾਜ਼ਨਟ ਲੁਕਿੰਗ ਐਟ ਦੀ ਬਰੋਸ਼ਰ, ਕਿ ਉਹ ਬਰੋਸ਼ਰ ਵੱਲ ਨਹੀਂ ਦੇਖ ਰਿਹਾ, ਉਹ ਬਰੋਸ਼ਰ ਨੂੰ ਦੇਖਣ ਦਾ ਪ੍ਰਭਾਵ ਦੇ ਰਿਹਾ ਹੈ। ਫਿਰ ਕਹਿੰਦੇ ਐਜ਼ ਆਈ ਬ੍ਰੌਟ ਹਿਮ ਹਿਜ਼ ਕਲੈਮ ਚਾਡਰ। ਹੁਣ ਚਾਡਰ ਕੀ ਹੁੰਦਾ ਬੱਚਾ? ਚਾਡਰ ਹੁੰਦਾ ਹੈ ਸੂਪ। ਚਾਡਰ ਸੂਪ ਦਾ ਨਾਮ ਹੈ, ਜਿਹਦੇ ਵਿੱਚ ਗੰਢੇ ਪਾਏ ਜਾਂਦੇ ਨੇ, ਆਲੂ ਪਾਇਆ ਜਾਂਦਾ ਹੈ ਅਤੇ ਥੋੜ੍ਹਾ ਦੁੱਧ ਪਾਇਆ ਜਾਂਦਾ ਹੈ, ਅਤੇ ਇਹ ਗਾੜਾ ਜਿਹਾ ਸੂਪ ਹੁੰਦਾ ਹੈ। ਅਤੇ ਕਲੈਮ ਹੁੰਦਾ ਬੱਚੋ ਇੱਕ ਸਮੁੰਦਰੀ ਜੀਵ ਹੁੰਦਾ, ਅਸੀਂ ਘੋਗਾ ਕਹਿ ਸਕਦੇ ਹਾਂ, ਘੋਗਾ ਸਿੱਪੀਆਂ। ਅਤੇ ਯੂਰਪ ਦੇ ਲੋਕ ਸੀ ਫੂਡ ਦਾ ਸੂਪ ਪੀਂਦੇ ਨੇ, ਘੋਗਿਆਂ ਦਾ ਸੂਪ ਪੀਂਦੇ ਨੇ। ਅਤੇ ਇਹਦਾ ਮਤਲਬ ਕੀ ਹੈ, ਬੰਦਾ ਪਤਾ ਲੱਗ ਰਿਹਾ ਜਿਹੜਾ ਬਿਆਨ ਕਰਦਾ ਹੈ ਉਹ ਵੀ ਵੇਟਰ ਹੈਗਾ ਕਿਸੇ ਰੈਸਟੋਰੈਂਟ ਦੇ ਵਿੱਚ, ਕਿਉਂਕਿ ਗੱਲਾਂ ਤੋਂ ਪਤਾ ਲੱਗ ਰਿਹਾ। ਐਜ਼ ਆਈ ਬ੍ਰੌਟ ਹਿਮ ਹਿਜ਼ ਕਲੈਮ ਚਾਡਰ, ਕਹਿੰਦੇ ਜਿਵੇਂ ਹੀ ਮੈਂ ਉਹਦਾ ਸੂਪ, ਘੋਗਿਆਂ ਦਾ ਸੂਪ, ਕਲੈਮ ਸੂਪ ਲਿਆਂਦਾ, ਹੀ ਕਫਟ ਅਪ ਅ ਥੈਂਕ ਯੂ, ਉਹਨੇ ਖੁੰਗਾਰਾ ਜਿਹਾ ਮਾਰ ਕੇ ਮੈਨੂੰ ਥੈਂਕ ਯੂ ਕਿਹਾ, ਧੰਨਵਾਦ, ਸ਼ੁਕਰੀਆ ਕਿਹਾ। ਐਂਡ ਲੁਕਡ ਐਟ ਮੀ ਬਰੀਫਲੀ, ਅਤੇ ਝਲਕ ਮਾਤਰ ਮੇਰੇ ਵੱਲ ਦੇਖਿਆ, ਮਤਲਬ ਬਿਲਕੁਲ ਹਲਕਾ ਝਲਕਾਰਾ ਜਿਹਾ ਮਾਰੇ। ਬਰੀਫਲੀ ਮੈਨੇ ਸੰਖੇਪ ਰੂਪ 'ਚ, ਬਿਲਕੁਲ ਥੋੜ੍ਹੀ ਦੇਰ ਲਈ।
ਮੇਰੇ ਵੱਲ ਘੜੀ ਕੋ ਦੇਖਿਆ। ਆਈ ਟਰਾਈਡ ਨਾਟ ਟੂ ਸਟੇਅਰ, ਤੇ ਮੈਂ ਵੀ ਯਤਨ ਕੀਤਾ ਕਿ ਮੈਂ ਨਾ ਘੂਰਾਂ, ਸਟੇਅਰ ਹੁੰਦਾ ਘੂਰਨਾ, ਨਾ ਘੂਰਾਂ, ਟਿਕਟਕੀ ਲਗਾ ਕੇ ਨਾ ਦੇਖਾਂ। ਐਟ ਦੀ ਟਾਈਨੀ ਸਕਾਰ, ਜੋ ਇੱਕ ਛੋਟਾ ਜਿਹਾ ਸਕਾਰ ਮੈਨੇ ਹੁੰਦਾ ਜ਼ਖਮ ਦਾ ਨਿਸ਼ਾਨ ਸੀ, ਅਕ੍ਰੋਸ ਹਿਜ਼ ਲੈਫਟ ਆਈਬ੍ਰੋ, ਉਹਦੇ ਖੱਬੇ ਭਰਵੱਟੇ ਦੇ ਉੱਤੇ ਜੋ ਛੋਟਾ ਜਿਹਾ ਇੱਕ ਜ਼ਖਮ ਦਾ ਨਿਸ਼ਾਨ ਸੀ, ਉਹਦੇ ਵੱਲ ਨਾ ਦੇਖਣ ਦਾ ਮੈਂ ਯਤਨ ਕੀਤਾ। ਆਈ ਵਾਕਡ ਬੈਕ ਇਨਸਾਈਡ, ਮੈਂ ਅੰਦਰ ਮੁੜ ਕੇ ਵਾਪਸ ਆ ਗਿਆ। ਵਿਦ ਮਾਈ ਐਮਟੀ ਟਰੇ, ਮੇਰੀ ਖਾਲੀ ਟਰੇ ਦੇ ਨਾਲ, ਮੇਰੀ ਟਰੇ ਵਿੱਚ ਸੂਪ ਲੈ ਕੇ ਆਇਆ, ਸੂਪ ਨੂੰ ਫੜਾਤਾ ਤੇ ਖਾਲੀ ਟਰੇ ਚੱਕ ਕੇ ਮੈਂ ਵਾਪਸ ਅੰਦਰ ਆ ਗਿਆ। ਕਹਿੰਦਾ ਹੀ ਲੁਕਡ ਫੈਮਿਲੀਅਰ, ਫੈਮਿਲੀਅਰ ਮੈਂ ਜਾਣਿਆ ਪਛਾਣਿਆ, ਕਹਿੰਦੇ ਉਹ ਜਾਣਿਆ ਪਛਾਣਿਆ ਜਾਪਦਾ ਸੀ, ਬਟ ਆਈ ਕੁਡਨਟ ਕੁਆਇਟ ਪਲੇਸ ਹਿਮ। ਹੁਣ ਕੁਡਨਟ ਕੁਆਇਟ ਪਲੇਸ ਹਿਮ ਮੈਨੇ ਅਰਥਾਤ ਮੈਂ ਉਹਨੂੰ ਟਿਕਾ ਨਹੀਂ ਪਾ ਰਿਹਾ ਸੀ। ਕਹਿਣ ਦਾ ਮਤਲਬ ਇਹ ਕਿ ਮੈਂ ਇਹ ਗੱਲ ਚੇਤੇ ਨਹੀਂ ਕਰ ਪਾ ਰਿਹਾ ਸੀ ਮੈਂ ਉਹਨੂੰ ਕਿੱਥੇ ਕਦੋਂ ਦੇਖਿਆ। ਕਿ ਦੇਖਿਆ ਤੇ ਲੱਗਦਾ ਸੀਗਾ, ਪਰ ਮੈਨੂੰ ਇਹ ਚੇਤਾ ਨਹੀਂ ਆ ਰਿਹਾ ਸੀ ਮੈਨੂੰ ਕਿੱਥੇ ਮਿਲਿਆ, ਕਿੱਥੇ ਦੇਖਿਆ ਤੇ ਕਦੋਂ ਦੇਖਿਆ। ਦੈਨ ਇਟ ਹਿਟ ਮੀ, ਤੇ ਕਹਿੰਦੇ ਫਿਰ ਅਚਾਨਕ ਮੈਨੂੰ ਔੜਿਆ, ਮਤਲਬ ਅਚਾਨਕ ਮੈਨੂੰ ਚੇਤਾ ਆ ਗਿਆ। ਹਿਟ ਮੀ ਮੈਨੇ ਇਹ ਗੱਲ ਦਿਮਾਗ 'ਚ ਇੱਕੋਦਮ ਆ ਗਈ। ਦੀ ਕਾਰ ਐਕਸੀਡੈਂਟ, ਅੱਛਾ ਉਹ ਕਾਰ ਦਾ ਹਾਦਸਾ, ਉਹ ਜਿਹੜਾ ਕਾਰ ਦਾ ਐਕਸੀਡੈਂਟ ਹੋਇਆ ਸੀ ਮੇਰਾ। ਹੀ ਵਾਜ਼ ਦੀ ਮਿਸਟੀਰੀਅਸ ਸਟ੍ਰੇਂਜਰ, ਇਹ ਉਹੀ ਭੇਦ ਭਰਿਆ ਅਣਜਾਣ ਆਦਮੀ ਸੀ। ਹੀ ਵਾਜ਼ ਦੀ ਮਿਸਟੀਰੀਅਸ ਸਟ੍ਰੇਂਜਰ, ਸਟ੍ਰੇਂਜਰ ਮਾਨੇ ਅਣਜਾਣ, ਮਿਸਟੀਰੀਅਸ में ਭੇਦ ਭਰਿਆ ਬੰਦਾ ਸੀ। ਹੂ ਹੈਲਪ ਮੀ ਆਊਟ ਆਫ ਮਾਈ ਸਮੈਸ਼ਡ ਕਾਰ, ਸਮੈਸ਼ਡ ਮਾਨੇ ਫਿਸ ਗਈ, ਜਿਹੜੀ ਐਕਸੀਡੈਂਟ ਵਿੱਚ ਮੇਰੀ ਫਿਸ ਚੁੱਕੀ ਸੀ, ਮੈਂ ਫਸਿਆ ਸੀ, ਜਿਹਨੇ ਮੈਨੂੰ ਮਦਦ ਕਰਕੇ ਮੇਰੀ ਫਿਸੀ ਹੋਈ ਕਾਰ ਵਿੱਚੋਂ ਬਾਹਰ ਕੱਢਿਆ ਸੀ। ਜਸਟ ਬਿਫੋਰ ਇਟ ਐਕਸਪਲੋਡਡ, ਉਸ ਕਾਰ ਦੇ ਧਮਾਕੇ ਵਿੱਚ ਉੱਡਣ ਤੋਂ ਇੱਕਦਮ ਪਹਿਲਾਂ, ਅਰਥਾਤ ਜਿੱਦਾਂ ਉਹਨੇ ਉਹਨੂੰ ਬਾਹਰ ਕੱਢਿਆ ਤੇ ਕੁਝ ਛਣਾ ਬਾਅਦ ਹੀ ਮੇਰੀ ਕਾਰ ਜਿਹੜੀ ਧਮਾਕੇ ਵਿੱਚ ਉੜ ਗਈ ਸੀ, ਤੇ ਜੇ ਉਹਨੇ ਨਾ ਕੱਢਿਆ ਹੁੰਦਾ ਤੇ ਮੇਰੇ ਵੀ ਚੀਥੜੇ ਉੜ ਜਾਣੇ ਸੀ। ਜਦੋਂ ਚੇਤਾ ਆ ਗਿਆ ਉਹਨੂੰ, ਕਹਿੰਦਾ ਆਈ ਰਸ਼ਡ ਬੈਕ ਟੂ ਹਿਸ ਟੇਬਲ, ਮੈਂ ਉਹਦੇ ਟੇਬਲ ਵੱਲ ਦੁਬਾਰਾ ਭੱਜ ਕੇ ਗਿਆ। ਰਸ਼ ਮੈਨੇ ਹੁੰਦਾ ਭੱਜਣਾ, ਬੈਕ ਮੈਨੇ ਵਾਪਸ, ਕਿਉਂ ਚੇਤਾ ਆ ਗਿਆ ਤੇ ਮੈਂ ਉਹਦੇ ਵੱਲ ਭੱਜ ਕੇ ਗਿਆ। ਹੀ ਵਾਜ਼ ਗੋਨ, ਉਹ ਜਾ ਚੁੱਕਾ ਸੀ। ਆਈ ਮੂਵਡ ਹਿਸ ਸੌਸਰ, ਸੌਸਰ ਉਹਨੇ ਪਲੇਟ, ਮੈਂ ਉਹਦੀ ਪਲੇਟ ਚੱਕੀ। ਐਂਡ ਫਾਊਂਡ ਹਿਸ ਟਿਪ, ਤੇ ਦੇਖਿਆ ਉਹਨੇ ਜਿਹੜੀ ਟਿਪ ਦਿੱਤੀ ਸੀ ਉਹ ਮੈਨੂੰ ਸਾਹਮਣੇ ਨਜ਼ਰ ਆਈ। ਟਿਪ ਹੁੰਦੀ ਬੱਚਿਓ ਇਨਾਮ ਦੇ ਤੌਰ ਤੇ ਬੰਦੇ ਉੱਦਾਂ ਹੀ ਬੈਰਿਆਂ ਨੂੰ, ਵੇਟਰਾਂ ਨੂੰ, ਡਰਾਈਵਰਾਂ ਨੂੰ ਕੁਛ ਦੇ ਦਿੰਦੇ ਨੇ ਪੈਸੇ। ਜਦੋਂ ਬਿੱਲ ਬਣਿਆ 200 ਰੁਪਏ ਤੇ 5-10 ਰੁਪਏ ਨਾਲ ਉੱਦਾਂ ਖੁਸ਼ੀ 'ਚ ਦੇ ਦਿੱਤੇ, ਉਹਨੂੰ ਟਿਪ ਕਹਿੰਦੇ ਨੇ। ਕਹਿੰਦੇ ਅਲੋਂਗ ਵਿਦ ਅ ਕਾਰਡ, ਤੇ ਨਾਲ ਉਹਦੇ ਇੱਕ ਕਾਰਡ ਸੀ। ਹੁਣ ਕਾਰਡ ਦੇ ਅੱਗੇ ਦੇਖੋ ਜੀ ਸੈਮੀਕੋਲਨ ਹੈਗਾ, ਇਹਦਾ ਮਤਲਬ ਕਿ ਹੁਣ ਜਿਹੜੀ ਅਗਲੀ ਗੱਲ ਹੋ ਰਹੀ ਹੈ ਨਾ ਇਹ ਵਾਲੀ, ਉਹ ਕਾਰਡ ਦੇ ਉੱਤੇ ਲਿਖ ਕੇ ਗਿਆ ਹੈ ਬੰਦਾ ਵੀ ਕਾਰਡ ਅਲੋਂਗ ਵਿਦ ਦਾ ਕਾਰਡ, ਤੇ ਕਾਰਡ ਤੇ ਉਹਨੇ ਕੀ ਲਿਖਿਆ ਸੀਗਾ। ਹੁਣ ਜਿਹੜੀ ਇਹ ਗੱਲ ਹੈਗੀ ਹੈ ਬੱਚਿਓ ਆਈ ਐਮ, ਇਹ ਉਹ ਜਿਹੜਾ ਪੋਰਟਲੀ ਮੈਨ ਸੀ ਜਿਹਦੇ ਲਈ ਸੂਪ ਲੈ ਕੇ ਆਇਆ ਸੀ, ਉਹ ਕਾਰਡ ਤੇ ਲਿਖ ਕੇ ਗਿਆ। ਉਹ ਕੀ ਕਹਿ ਰਿਹਾ, ਆਈ ਐਮ ਡੀਪਲੀ ਇੰਡੈਪਟਿਡ ਟੂ ਯੂ। ਇੰਡੈਪਟਿਡ ਹੁੰਦਾ ਕਰਜ਼ੇ ਵਿੱਚ ਡੁੱਬੇ ਹੋਣਾ, ਡੀਪਲੀ ਮੈਨੇ ਬਹੁਤ ਬੁਰੀ ਤਰ੍ਹਾਂ, ਡੂੰਘੇ, ਕਹਿੰਦਾ ਆਈ ਐਮ ਡੀਪਲੀ ਇੰਡੈਪਟਿਡ ਟੂ ਯੂ। ਹੁਣ ਇਹ ਮੁਹਾਵਰਾ ਹੈ, ਇਹਦਾ ਮਤਲਬ ਕਿ ਮੈਂ ਤੇਰਾ ਬਹੁਤ ਵੱਡਾ ਕਰਜ਼ਦਾਰ ਹਾਂ। ਇਹ ਕੌਣ ਲਿਖ ਕੇ ਜਾ ਰਿਹਾ ਕਾਰਡ ਦੇ ਉੱਤੇ, ਉਹ ਜਿਹੜੇ ਬੰਦਾ ਖੁੱਲੀ ਛੱਤ ਤੇ ਬੈਠਾ ਸੀ, ਜਿਹਦੇ ਬਾਰੇ ਉਹ ਜਿਹੜੇ ਟੋਟ ਬੈਗ ਚੋਂ ਸਨਸਕ੍ਰੀਨ ਦੀ ਬੋਤਲ ਨਜ਼ਰ ਆ ਰਹੀ ਸੀ, ਜਿਹਦੇ ਗਲੇ 'ਚ ਕੈਮਰਾ ਸੀਗਾ, ਉਹ ਲਿਖ ਕੇ ਗਿਆ ਕਾਰਡ ਦੇ ਉੱਤੇ ਆਈ ਐਮ ਡੀਪਲੀ ਇੰਡੈਪਟਿਡ ਟੂ ਯੂ, ਮੈਂ ਤੇਰਾ ਬੜਾ ਵੱਡਾ ਕਰਜ਼ਦਾਰ ਹਾਂ। ਦੀ ਨਾਈਟ ਆਫ ਯੂਰ ਕਾਰ ਐਕਸੀਡੈਂਟ, ਕਹਿੰਦੇ ਤੇਰੇ ਕਾਰ ਦੇ ਹਾਦਸੇ ਦੀ ਰਾਤ ਨੂੰ, ਆਈ ਵਾਜ਼ ਔਨ ਮਾਈ ਵੇ, ਮੈਂ ਆਪਣੇ ਰਾਹ ਸੀ। ਕਿਹੜੇ ਰਾਹ ਸੀ, ਟੂ ਰੌਬ, ਡਾਕਾ ਮਾਰਨ ਲਈ, ਅ ਜਿਊਲਰੀ ਸਟੋਰ, ਇੱਕ ਗਹਿਣਿਆਂ ਦੇ ਸਟੋਰ ਵਿੱਚ ਡਾਕਾ ਪਾਉਣ ਜਾ ਰਿਹਾ ਸੀ, ਤੇ ਤੇਰਾ ਐਕਸੀਡੈਂਟ ਦੇਖਿਆ ਤੇ ਮੇਰਾ ਉਹ ਪ੍ਰੋਗਰਾਮ ਵਿੱਚ ਵਿਘਨ ਪੈ ਗਿਆ ਤੇ ਮੈਂ ਤੈਨੂੰ ਬਾਹਰ ਕੱਢਿਆ। ਠੀਕ ਹੈ, ਕਹਿੰਦੇ ਸੇਵਿੰਗ ਯੂਅਰ ਲਾਈਫ, ਕਹਿੰਦੇ ਤੇਰੀ ਜ਼ਿੰਦਗੀ ਨੂੰ ਬਚਾਉਣਾ, brought things back to perspective। ਹੁਣ ਬੱਚਿਆ ਮੁਹਾਵਰਾ ਹੈ, see things back in perspective ਜਾਂ brought things back in perspective, ਅਰਥਾਤ ਮੈਨੂੰ ਜ਼ਿੰਦਗੀ ਦੀ ਗੱਲ ਜਿਹੜੀ ਸੀ, ਚੀਜ਼ਾਂ ਸੀ, ਉਹ ਮੁੜ ਕੇ ਪਰਿਪੇਖ ਵਿੱਚ ਆ ਗਈਆਂ, ਨਵੇਂ ਰੂਪ ਵਿੱਚ ਆ ਗਈਆਂ। ਅਰਥਾਤ ਮੈਂ ਆਪਣੀ ਪਹਿਲੀ ਜ਼ਿੰਦਗੀ ਨੂੰ ਇਸ ਤੇਰੇ ਹਾਦਸੇ ਤੋਂ ਬਾਅਦ ਜੋ ਮੇਰੇ ਦਿਮਾਗ 'ਚ ਗੱਲਾਂ ਆਈਆਂ ਉਹਨੂੰ ਮੈਂ ਉਹਨਾਂ ਨਾਪਿਆ, ਤੋਲਿਆ, ਕੰਪੇਅਰ ਕੀਤਾ, ਤੇ ਮੈਂ ਦੇਖਿਆ ਮੈਂ ਕਿਹੜੇ ਪਾਸੇ ਜਾ ਰਿਹਾ, ਤੇ ਮੈਂ ਚੋਰੀ ਕਰ ਰਿਹਾ, ਡਾਕੇ ਮਾਰ ਰਿਹਾ, ਤੇ ਬੰਦੇ ਦਾ ਘੜੀ ਦਾ ਨਹੀਂ ਪਤਾ, ਮੈਂ ਤੈਨੂੰ ਮਰਦੇ ਦੇਖਿਆ ਵੀ ਪਰ ਤੂੰ ਬਚ ਗਿਆ, ਤੇ ਤੇਰਾ ਜੋ ਐਕਸੀਡੈਂਟ ਦਾ ਬੁਰਾ ਹਾਲ ਸੀ। ਮਤਲਬ ਇਹ ਕਹਿਣਾ ਚਾਹੁੰਦਾ ਹੈ ਕਿ ਲਾਈਫ ਬਰੌਡ ਥਿੰਗਸ ਬੈਕ ਇਨ ਪਰਸਪੈਕਟਿਵ, ਮੈਂ ਜ਼ਿੰਦਗੀ ਨੂੰ ਨਵੇਂ ਰੂਪ ਵਿੱਚ ਦੇਖਿਆ, ਇਹਦਾ ਮਤਲਬ ਹੈ। ਅਰਥਾਤ ਜੋ ਮੂਲ ਰੂਪ ਹੈ ਮਨੁੱਖ ਦਾ, ਇਨਸਾਨੀ ਜੋ ਫਰਜ਼ ਹੈ, ਉਹ ਵਾਲੇ ਤੱਥ ਜਿਹੜੇ ਸੀਗੇ, ਉਹ ਵਾਲਾ ਪੱਖ ਸੀਗਾ ਮੇਰੇ ਦਿਮਾਗ ਵਿੱਚ ਆ ਗਿਆ ਤੇ ਮੇਰੀ ਜ਼ਿੰਦਗੀ ਬਦਲ ਗਈ। ਆਈ ਨਾਓ ਲਿਵ ਐਨ ਓਨੈਸਟ ਲਾਈਫ, ਹੁਣ ਮੈਂ ਇੱਕ ਇਮਾਨਦਾਰ ਬੰਦਿਆਂ ਵਾਲੀ ਜ਼ਿੰਦਗੀ ਜੀ ਰਿਹਾ ਹਾਂ। ਅਰਥਾਤ ਮੈਂ ਹੁਣ ਚੋਰੀ ਚਕਾਰੀ ਛੱਡ ਦਿੱਤੀ ਹੈ,
ਥੈਂਕਸ ਟੂ ਯੂ, ਤੇਰਾ ਧੰਨਵਾਦ। ਹੁਣ ਦੇਖੋ ਬੱਚੋ ਕਿੰਨੀ ਹੈ ਵਾਹਿਗੁਰੂ ਨੇ ਕਿਆ ਖੇਡ ਰਚੀ ਹੈ ਦੁਨੀਆ 'ਚ, ਕਿੰਨੀ ਅਜੀਬ ਗੱਲ ਹੈ। ਇਸ ਬੰਦੇ ਨੇ ਉਹਦੀ ਜ਼ਿੰਦਗੀ ਬਚਾਈ ਹੈ ਨਾ, ਤੇ ਉਹ ਬੰਦਾ ਉਹਦਾ ਥੈਂਕ ਯੂ ਕਰ ਰਿਹਾ ਕਿਉਂਕਿ ਜ਼ਿੰਦਗੀ ਬਚਾਉਣ ਕਰਕੇ ਕਹਿੰਦਾ ਮੇਰਾ ਜੀਵਨ ਦਾ ਨਜ਼ਰੀਆ ਬਦਲ ਗਿਆ ਤੇ ਮੈਂ ਚੋਰੀ ਚਕਾਰੀ ਛੱਡ ਦਿੱਤੀ, ਤੇ ਕਹਿੰਦਾ ਥੈਂਕ ਯੂ, ਤੇਰਾ ਧੰਨਵਾਦ। ਮਤਲਬ ਕਿ ਕਾਰ ਐਕਸੀਡੈਂਟ ਉਹਦਾ ਹੋਇਆ, ਉਹਨੂੰ ਬਚਾਇਆ ਤੇ ਉਹਦਾ ਧੰਨਵਾਦ ਕਰ ਰਿਹਾ। ਕਹਿੰਦੇ ਗੋਡ ਬਲੈਸ ਯੂ, ਵੀ ਵਾਹਿਗੁਰੂ ਤੇਰੇ ਅੰਗ ਸੰਗ ਹੋਵੇ, ਵਾਹਿਗੁਰੂ ਤੈਨੂੰ ਨਿਵਾਜੇ। ਮਿਸਟਰ ਡੀ ਇਹ ਉਹਦਾ ਨਾਮ ਹੋਣਾ, ਮਿਸਟਰ ਡੀ ਉਹਨੇ ਲਿਖ ਦਿੱਤਾ ਸੰਖੇਪ 'ਚ। ਕਹਿੰਦੇ ਆਈ ਸ਼ਿਵਰਡ। ਹੁਣ ਇਹ ਬੰਦਾ ਕਹਿ ਰਿਹਾ ਜਿਹੜਾ ਬਿਆਨ ਕਰਤਾ, ਕਹਿੰਦਾ ਮੈਂ ਕੰਬ ਗਿਆ। ਵੀ ਜਦੋਂ ਇਹ ਮਿਸਟਰ ਡੀ ਦੀ ਗੱਲ ਖਤਮ ਹੋ ਗਈ ਨਾ, ਵੀ ਮਿਸਟਰ ਡੀ ਨੇ ਇਹ ਗੱਲ ਕਹੀ ਹੈ ਕਾਰਡ ਦੇ ਉੱਤੇ, ਇੱਥੋਂ ਦੀ ਲੈ ਕੇ ਇਹ ਮਿਸਟਰ ਡੀ ਤੱਕ ਕਾਰਡ ਤੇ ਲਿਖੀ ਗਈ ਗੱਲ ਹੈਗੀ ਹੈ। ਹੁਣ ਗੱਲ ਮੁੱਕ ਗਈ ਤੇ ਕਹਿੰਦਾ ਆਈ ਸ਼ਿਵਰਡ। ਥੋੜਾ ਬਹਿਰਾ ਸੀਗਾ ਵੇਟਰ, ਕਹਿੰਦਾ ਮੈਂ ਕੰਬ ਗਿਆ। ਕਿਉਂ ਕੰਬਿਆ? ਕਹਿੰਦਾ ਦੀ ਨਾਈਟ ਆਫ ਮਾਈ ਕਾਰ ਐਕਸੀਡੈਂਟ। ਕਹਿੰਦਾ ਕਿਉਂਕਿ ਮੇਰੀ ਕਾਰ ਦੀ ਐਕਸੀਡੈਂਟ ਵਾਲੀ ਰਾਤ ਆਈ ਵਾਜ਼ ਹੈਡਿੰਗ ਫॉर ਐਨ ਇੰਟਰਵਿਊ, ਮੈਂ ਇੱਕ ਇੰਟਰਵਿਊ ਦੇਣ ਜਾ ਰਿਹਾ ਸੀ। ਕਿੱਥੇ? ਇਨ ਅ ਸ਼ੇਡੀ ਡਾਂਸ ਕਲੱਬ, ਇੱਕ ਨਾਚ ਕਲੱਬ ਵਿੱਚ ਜੋ ਸ਼ੇਡੀ ਹੁੰਦਾ ਬੱਚਿਓ, ਜਿੱਥੇ ਅਨੈਤਿਕਤਾ ਵਾਲੇ ਕੰਮ ਹੁੰਦੇ ਹੋਣ, ਨੈਤਿਕਤਾ ਵਾਲੇ ਕੰਮ ਨਹੀਂ ਹੁੰਦੇ, ਅਰਥਾਤ ਇੱਕ ਬਦਨਾਮ ਨਾਚ ਕਲੱਬ ਵਿੱਚ ਮੈਂ ਇੰਟਰਵਿਊ ਦੇਣ ਜਾ ਰਿਹਾ ਸੀਗਾ। ਤੂੰ ਮੜਿਓ ਕਿਉਂ ਕੰਬਿਆ? ਉਹ ਕਹਿੰਦਾ ਵੀ ਉਹਨੇ ਤੇ ਮੇਰੀ ਜਾਨ ਬਚਾਈ ਤੇ ਨਾਲ ਮੇਰਾ ਉਹ ਧੰਨਵਾਦ ਕਰ ਰਿਹਾ ਹੈ, ਤੇ ਧੰਨਵਾਦ ਵੀ ਇਸ ਗੱਲ ਦਾ ਕਰ ਰਿਹਾ ਕਿ ਮੇਰੀ ਜਾਨ ਬਚਾਉਣ ਕਰਕੇ ਉਹਦੀ ਜ਼ਿੰਦਗੀ ਨੇ ਪਲਟਾ ਖਾਧਾ ਤੇ ਉਹਨੇ ਚੋਰੀ ਛੱਡ ਦਿੱਤੀ ਤੇ ਉਹਨੇ ਇਮਾਨਦਾਰੀ ਜ਼ਿੰਦਗੀ ਜੀਣੀ ਸ਼ੁਰੂ ਕਰ ਦਿੱਤੀ। ਜੋ ਕੰਬਿਆ ਕਰ ਕਹਿੰਦਾ ਮੈਂ ਤੇ ਖੁਦ ਜਿਹੜਾ ਸੀਗਾ ਵੀ ਧੰਨਵਾਦ ਤੇ ਮੈਨੂੰ ਉਹਦਾ ਕਰਨਾ ਚਾਹੀਦਾ ਸੀ, ਉਹਨੇ ਮੇਰੀ ਜਾਨ ਬਚਾਈ ਤੇ ਮੈਂ ਤੇ ਉਦਣ ਇੱਕ ਬਦਨਾਮ ਨਾਚ ਕਲੱਬ ਵਿੱਚ ਇੰਟਰਵਿਊ ਦੇਣ ਜਾ ਰਿਹਾ ਸੀਗਾ, ਉੱਥੇ ਮੈਂ ਕੰਮ ਕਰਨ ਜਾ ਰਿਹਾ ਸੀ। ਫਿਰ ਕਹਿੰਦੇ ਸੀਇੰਗ ਹਿਊਮਨ ਕਾਈਂਡਨੈਸ, ਕਾਈਂਡਨੈਸ ਮੈਨੇ ਦਇਆ ਭਾਵ, ਮਨੁੱਖੀ ਦਇਆ ਭਾਵੇਂ ਮਨੁੱਖ ਦਾ ਮਨੁੱਖ ਦੇ ਪ੍ਰਤੀ ਕੰਮ ਆਣਾ। ਕਹਿੰਦੇ ਇਹ ਦੇਖ ਕੇ ਸੀਇੰਗ ਹਿਊਮਨ ਕਾਈਂਡਨੈਸ ਥਰੂ ਹਿਜ਼ ਹੀਰੋਇਕ ਜੈਸਚਰ, ਹੀਰੋਇਕ ਮਾਨੇ ਉਹਨੇ ਆਪਣੀ ਜਾਨ ਤਲੀ ਤੇ ਰੱਖ ਕੇ, ਆਪਣੀ ਮਤਲਬ ਕਿ ਜਾਨ ਨੂੰ ਜੋਖਮ 'ਚ ਪਾ ਕੇ ਉਸ ਕਾਰ ਵਿੱਚੋਂ ਮੈਨੂੰ ਕੱਢਿਆ। ਕਿਉਂਕਿ ਹੀਰੋਇਕ ਹੈ ਨਾ, ਉਹਨੇ ਹੀਰੋ ਵਾਲਾ ਕੰਮ ਕੀਤਾ, ਨਾਇਕ ਵਾਲਾ ਕੰਮ ਕੀਤਾ, ਕਿਉਂਕਿ ਜਿੱਦਾਂ ਹੀ ਕੱਢਿਆ ਉਸ ਤੋਂ ਬਾਅਦ ਤੇ ਉਹ ਕਾਰ ਜਿਹੜੀ ਸੀਗੀ ਧਮਾਕੇ 'ਚ ਉੱਡ ਗਈ ਤੇ ਉਹਨੂੰ ਵੀ ਖਤਰਾ ਹੋ ਸਕਦਾ ਸੀਗਾ। ਜੈਸਚਰ ਮੈਨੇ ਸੰਕੇਤ, ਉਹਦਾ ਇਹ ਵਰਤਾਰਾ। ਕਹਿੰਦਾ ਮਨੁੱਖੀ ਦਇਆ ਵਾਲਾ ਉਹਦਾ ਇਹ ਕਾਰਨਾਮਾ ਜਿਹੜਾ ਸੀਗਾ, ਦਇਆ ਨਾਲ ਭਰਿਆ, ਜੋਖਮ ਭਰਿਆ ਕਾਰਨਾਮਾ ਸੀਗਾ, ਜੈਸਚਰ ਸੀਗਾ, ਟਰਨ ਮਾਈ ਲਾਈਫ ਅਰਾਊਂਡ, ਇਹਨੇ ਮੇਰੀ ਜ਼ਿੰਦਗੀ ਨੂੰ ਗੇੜਾ ਦੇ ਦਿੱਤਾ, ਅਰਥਾਤ ਮੇਰੀ ਜ਼ਿੰਦਗੀ ਪੂਰੀ ਪਲਟਾ ਕੇ ਰੱਖ ਦਿੱਤੀ। ਐਂਡ ਬ੍ਰੌਡ ਫੇਥ ਤੇ ਬੈਕ ਇਨਟੂ ਮਾਈ ਲਾਈਫ, ਤੇ ਮੇਰੀ ਜ਼ਿੰਦਗੀ ਵਿੱਚ ਮੁੜ ਤੋਂ ਪਰਮਾਤਮਾ ਉੱਤੇ ਭਰੋਸਾ, ਸਿਦਕ ਜਿਹੜਾ ਸੀ ਉਹਨੂੰ ਲਿਆ ਦਿੱਤਾ। ਅਰਥਾਤ ਪਹਿਲੇ ਮੈਂ ਡਾਵਾਡੋਲ ਹੋਇਆ ਵਾਂ ਕਿਸੇ ਗੱਲ ਤੋਂ, ਉਹਦੇ ਇਸ ਵਰਤਾਰੇ ਨੇ, ਇਸ ਦਇਆ ਦੇ ਭਾਵ ਨੇ ਜਿਹੜੀ ਉਹਨੇ ਮੇਰੀ ਜਾਨ ਬਚਾਈ ਇੱਕ ਅਣਜਾਣ ਬੰਦੇ ਨੇ, ਤੇ ਮੇਰੀ ਜ਼ਿੰਦਗੀ ਨੇ ਪਲਟਾ ਖਾਧਾ ਤੇ ਮੇਰਾ ਮੁੜ ਕੇ ਜਿਹੜਾ ਵਿਸ਼ਵਾਸ ਸੀਗਾ ਰੱਬ ਦੇ ਉੱਤੇ ਮੇਰੀ ਜ਼ਿੰਦਗੀ 'ਚ ਉਹ ਮੁੜ ਕੇ ਪ੍ਰਬਲ ਹੋ ਗਿਆ। ਕਹਿੰਦਾ ਆਈ ਅਨਫੋਲਡਡ ਦੀ ਟਿਪ ਹੀ ਲੈਫਟ, ਮੈਂ ਉਹ ਟਿਪ ਜਿਹੜੀ ਉਹਨੇ ਰੱਖੀ ਸੀ ਉਹਨੂੰ ਮੈਂ ਖੋਲ੍ਹਿਆ, ਬਰੋਸ਼ਰ ਵਿੱਚ ਰੱਖੀ ਹੋਣੀ ਨਾ ਫੋਲਡ ਕਰਕੇ, ਅਨਫੋਲਡ ਮੈਨੇ ਉਹਨੂੰ ਮੈਂ ਖੋਲ੍ਹਿਆ ਬਰੋਸ਼ਰ ਤੇ ਆਪਣੀ ਟਿਪ ਲਈ ਐਂਡ ਲੈਫਟ, ਹੀ ਲੈਫਟ ਜਿਹੜੀ ਟਿਪ ਛੱਡ ਕੇ ਗਿਆ ਸੀ। ਆਈ ਸੈਡ ਅ ਸਾਇਲੈਂਟ ਪ੍ਰੇਅਰ ਫॉर ਹਿਮ, ਮੈਂ ਮਨ ਹੀ ਮਨ, ਸਾਇਲੈਂਟ ਮੈਨੇ ਜੋ ਬੋਲੀ ਨਹੀਂ ਗਈ ਹਿਰਦੇ ਵਿੱਚ ਕੀਤੀ ਗਈ, ਪ੍ਰੇਅਰ ਮੈਨੇ ਅਰਦਾਸ ਫॉर ਹਿਮ ਉਹਦੇ ਲਈ, ਮੈਂ ਆਪਣੇ ਮਨ ਵਿੱਚ ਉਹਦੇ ਲਈ ਅਰਦਾਸ ਕੀਤੀ ਤੇ ਉਹਦਾ ਸ਼ੁਕਰਾਨਾ ਕੀਤਾ, ਰੱਬ ਅੱਗੇ ਅਰਦਾਸ ਕੀਤੀ ਕਿ ਉਹਨੂੰ ਚੜ੍ਹਦੀ ਕਲਾ 'ਚ ਰੱਖੇ, ਉਹਦੇ ਸਿਰ ਤੇ ਮਿਹਰ ਭਰੇ ਹੱਥ ਰੱਖੇ। ਐਂਡ ਗॉड ਬੈਕ ਟੂ ਵਰਕ ਸਮਾਈਲਿੰਗ, ਤੇ ਮੁਸਕਰਾਉਂਦੇ ਹੋਏ ਮੈਂ ਮੁੜ ਕੇ ਆਪਣੇ ਕੰਮ ਵਿੱਚ ਲੱਗ ਗਿਆ। ਸੋ ਇਹ ਬੱਚੋ ਪੈਰਾਗ੍ਰਾਫ ਖਤਮ ਹੋ ਗਿਆ। ਬੜੀ ਹੀ ਇਹ ਮੈਂ ਕਹਾਂ ਛੋਟੀ ਜਿਹੀ ਕਹਾਣੀ ਹੈਗੀ ਹੈ, ਬੜੀ ਪ੍ਰੇਰਨਾਦਾਇਕ ਤੇ ਬੜੀ ਸੋਹਣੀ ਕਹਾਣੀ ਹੈ, ਮੈਨੂੰ ਬੜੀ ਵਧੀਆ ਲੱਗੀ ਕਰਨ ਲੱਗੇ, ਤੇ ਇਸ ਗੱਲ ਤੋਂ ਸਾਨੂੰ ਵੀ ਬੱਚੋ ਪ੍ਰੇਰਨਾ ਲੈਣੀ ਚਾਹੀਦੀ ਹੈ। ਆਓ ਹੁਣ ਅਸੀਂ ਕਰੀਏ ਸਵਾਲ ਜਵਾਬ। ਹੀ ਹੈਡ, ਉਹਦੇ ਕੋਲ ਸੀਗਾ ਕਿ ਅ ਬੋਟਲ ਆਫ ਸਨਸਕ੍ਰੀਨ, ਵਾਰਮ ਵਾਟਰ ਬੋਟਲ ਤੇ ਸੀਗੀ ਨਹੀਂ, ਡੌਗ ਵੀ ਨਹੀਂ ਸੀਗਾ, ਬਰੀਫ ਕੇਸ ਵੀ ਨਹੀਂ ਸੀਗਾ, ਬੋਟਲ ਆਫ ਸਨਸਕ੍ਰੀਨ। ਅਸੀਂ ਪੜ੍ਹਿਆ ਨਾ ਬੋਟਲ ਆਫ ਸਨਸਕ੍ਰੀਨ ਵਾਜ਼ ਟੇਕਿੰਗ ਆਊਟ ਆਫ ਹਿਸ ਟੋਟ ਬੈਗ, ਠੀਕ ਹੈ। ਦੀ ਪੋਰਟਲੀ ਮੈਨ ਵਾਜ਼ ਲੁਕਿੰਗ ਐਟ ਦੀ ਬਰੋਸ਼ਰ, ਟੋਟ ਬੈਗ ਤੇ ਨਹੀਂ ਦੇਖ ਰਿਹਾ ਸੀ, ਟੈਰਿਸ ਤੇ ਨਹੀਂ, ਬੁੱਕ ਤੇ ਨਹੀਂ, ਉਹ ਬਰੋਸ਼ਰ ਤੇ ਦੇਖ ਰਿਹਾ ਸੀਗਾ, ਭਾਵੇਂ ਪ੍ਰੀਟੈਂਡ ਕਰ ਰਿਹਾ ਸੀਗਾ ਪਰ ਉਹਦੇ ਵੱਲ ਦੇਖ ਰਿਹਾ ਸੀਗਾ। ਫਿਰ ਹਿਸ ਸਨ ਗਲਾਸਿਸ ਮਾਸਕਡ ਹਿਸ ਆਈਜ਼, ਉਹਦੀ ਅੱਖਾਂ ਨੂੰ ਕਿਹਨੇ ਟੱਕਿਆ ਹੋਇਆ ਸੀਗਾ? ਸਨ ਗਲਾਸਿਸ, ਧੁੱਪ ਵਾਲੀਆਂ ਐਨਕਾਂ ਨੇ, ਮਫਲਰ ਨਹੀਂ, ਕੈਪ ਨਹੀਂ, ਹੇਅਰ ਨਹੀਂ, ਇਹਦਾ ਜ਼ਿਕਰ ਨਹੀਂ ਹੈਗਾ। ਸੀਇੰਗ ਹਿਊਮਨ ਕਾਈਂਡਨੈਸ, ਅਰਥਾਤ ਮਨੁੱਖੀ ਦਇਆ ਦਾ ਭਾਵ ਦੇਖਦੇ ਹੋਏ, ਥਰੂ ਹਿਜ਼ ਹੀਰੋਇਕ ਜੈਸਚਰ ਬ੍ਰੌਡ ਫੇਥ ਬੈਕ ਇਨਟੂ ਨਰੇਟਰਸ, ਨਰੇਟਰ ਮੈਨੇ ਕੌਣ ਹੈ? ਬਿਆਨ ਕਰਤਾ, ਜੋ ਇਹ ਗੱਲ ਕਹਿ ਰਿਹਾ ਹੈ। ਨਰੇਟਰ ਨੂੰ ਕਹਿੰਦੇ ਨੇ ਬਿਆਨ ਕਰਤਾ, ਜੋ ਇਹ ਸਟੋਰੀ ਬਿਆਨ ਕਰ ਰਿਹਾ। ਕਹਿੰਦਾ ਆਈ ਮੈਂ ਇੱਥੇ, ਆਈ ਸ਼ਿਵਰਡ, that man was tourist, I brought his, I walked back inside, ਉਹ ਨਰੇਟਰ ਬਿਆਨ ਕਰ ਰਿਹਾ। ਸੋ ਉਹ ਕਹਿ ਰਿਹਾ ਹਿਊਮਨ ਕਾਈਂਡਨੈਸ, ਠੀਕ ਹੈ। where was the mysterious stranger going that night, ਉਹ ਜਿਹੜਾ ਭੇਤ ਭਰਿਆ ਅਣਜਾਣ ਬੰਦਾ ਉਸ ਦਿਨ ਕਿੱਥੇ ਜਾ ਰਿਹਾ ਸੀ ਰਾਤ ਨੂੰ? to rob a jewelry store,
ਇੱਕ ਗਹਿਣਿਆਂ ਦੇ ਸਟੋਰ ਨੂੰ ਡਾਕਾ ਮਾਰਨ ਜਾ ਰਿਹਾ ਸੀ। ਫਿਰ ਆ ਗਿਆ ਹੂ ਹੈਡ ਫੇਸ ਦੀ ਕਾਰ ਐਕਸੀਡੈਂਟ, ਅਰਥਾਤ ਕਾਰ ਹਾਦਸਾ ਦਾ ਸ਼ਿਕਾਰ ਕੌਣ ਹੋਇਆ? ਨਰੇਟਰ ਹੋਇਆ ਸੀ ਨਾ, ਜਿਹੜਾ ਬਿਆਨ ਕਰਤਾ, ਸੋ ਨਰੇਟਰ। ਠੀਕ ਹੈ। ਵੇਅਰ ਵਾਜ਼ ਦੀ ਨਰੇਟਰ ਗੋਇੰਗ ਦੈਟ ਨਾਈਟ, ਅਰਥਾਤ ਜਿਹੜਾ ਬਿਆਨ ਕਰਤਾ ਉਸ ਰਾਤ ਕਿੱਥੇ ਜਾ ਰਿਹਾ ਸੀਗਾ? ਤੇ ਸਾਨੂੰ ਪਤਾ ਟੂ ਅ ਸ਼ੇਡੀ ਡਾਂਸ ਕਲੱਬ, ਇੱਕ ਬਦਨਾਮ ਜਿੱਥੇ ਨੈਤਿਕਤਾ ਦੇ ਉਲਟ ਕੰਮ ਹੁੰਦੇ ਨੇ, ਉਸ ਡਾਂਸ ਕਲੱਬ ਵਿੱਚ ਉਹ ਜਾ ਰਿਹਾ ਸੀ। ਜੇ ਪੁੱਛਾਂ ਤਾਂ ਕਾਹਦੇ ਲਈ ਜਾ ਰਿਹਾ ਸੀ, ਫਿਰ ਅਸੀਂ ਫॉर ਐਨ ਇੰਟਰਵਿਊ ਦੇਣ ਜਾ ਰਿਹਾ ਸੀ, ਪਰ ਉਹ ਪੁੱਛ ਰਹੇ ਨੇ ਕਿੱਥੇ ਜਾ ਰਿਹਾ ਸੀ, ਵੇਅਰ ਵਾਜ਼ ਹੀ, ਤੇ ਉਹ ਸ਼ੇਡੀ ਡਾਂਸ ਕਲੱਬ ਜਾ ਰਿਹਾ ਸੀ। ਠੀਕ ਹੈ। ਫਿਰ ਆਈ ਅਨਫੋਲਡਡ ਦਾ ਟਿਪ ਹੀ ਹੈਡ ਲੈਫਟ, ਫਿਲ ਇਨ ਦੀ ਬਲੈਂਕ ਭਰਨਾ, ਸੋ ਬੜਾ ਸੌਖਾ ਹੈ, ਓਵਰਲੈਪ ਕਿਤੇ ਨਹੀਂ ਹੈਗਾ, ਫੋਲਡਡ ਨਹੀਂ ਹੈਗਾ, ਅਨਫੋਲਡਡ ਹੈਗਾ। ਠੀਕ ਹੈ, ਅਨਫੋਲਡਡ ਦਾ ਟਿਪ ਹੀ ਹੈਡ ਲੈਫਟ, ਮਤਲਬ ਕਿ ਫੋਲਡਡ ਹੈ ਵੀ ਕਹਿ ਸਕਦੇ ਹਾਂ ਕਿ ਉਹ ਨੋਟ ਫੋਲਡ ਕੀਤੇ ਹੋਏ ਹੋਣਗੇ ਅੰਦਰ, ਮਤਲਬ ਉਹਨੂੰ ਤੈਅ ਨੂੰ ਖੋਲਿਆ। ਠੀਕ ਹੈ। ਫਿਰ ਆ ਗਿਆ ਆਖਰੀ, ਵੇਅਰ ਹੈਡ ਦਾ ਪੋਰਟਲੀ ਮੈਨ ਪਲੇਸ ਦਾ ਟਿਪ, ਜਿਹੜਾ ਉਹ ਭਾਰਾ ਮੋਟਾ ਬੰਦਾ ਸੀ ਉਹਨੇ ਟਿਪ ਕਿੱਥੇ ਰੱਖੀ ਸੀ? ਅੰਡਰ ਦੀ ਸੌਸਰ। ਹੁਣ ਇਹ 'ਚ ਕਲੀਅਰ ਨਹੀਂ ਹੈਗਾ, ਪਰ ਇੱਧਰੋਂ ਸਾਨੂੰ ਪੜ੍ਹ ਕੇ ਪਤਾ ਲੱਗੇਗਾ। ਉਹ ਬਹਿਰਾ ਕੀ ਕਹਿ ਰਿਹਾ, ਨਰੇਟਰ ਕੀ ਕਹਿ ਰਿਹਾ? ਆਈ ਮੂਵਡ ਹਿਜ਼ ਸੌਸਰ, ਅਰਥਾਤ ਮੈਂ ਉਹਦੀ ਪਲੇਟ ਚੱਕੀ ਐਂਡ ਫਾਊਂਡ ਹਿਜ਼ ਟਿਪ, ਤੇ ਦੇਖਿਆ ਥੱਲੇ ਟਿਪ ਪਈ ਸੀ। ਇਹਦਾ ਮਤਲਬ ਕੀ ਹੈ ਕਿ ਟਿਪ ਜਿਹੜੀ ਹੈ ਉਹ ਪਲੇਟ ਦੇ ਥੱਲੇ, ਸੌਸਰ ਦੇ ਥੱਲੇ ਰੱਖ ਕੇ ਗਿਆ ਸੀ, ਸੋ ਅੰਡਰ ਦੀ ਸੌਸਰ। ਚੂਜ਼ ਦੀ ਸਟੇਟਮੈਂਟ ਵਿਚ ਇਜ਼ ਫਾਲਸ ਅਕੋਰਡਿੰਗ ਟੂ ਦੀ ਅਬਵ ਪੈਸੇਜ, ਉੱਪਰਲੇ ਪੈਸੇਜ ਦੇ ਮੁਤਾਬਕ ਜਿਹੜਾ ਕਥਨ ਗਲਤ ਹੈ ਉਹਨੂੰ ਚੁਣੋ। ਠੀਕ ਹੈ। ਤੇ ਹੁਣ ਬੱਚਿਓ ਇਹਨਾਂ 4 ਕਥਨ ਨੇ, ਇਹਦਾ ਮਤਲਬ ਕਿ 3 ਕਥਨ ਸਹੀ ਨੇ, ਇੱਕੋ ਗਲਤ ਹੈ। ਹੁਣ ਦੇਖੋ ਸ਼ੁਰੂ ਕਰੀਏ, ਆਈ ਨਿਊ ਹੀ ਵਾਜ਼ਨਟ ਲੁਕਿੰਗ ਐਟ ਦੀ ਬਰੋਸ਼ਰ, ਇਹ ਤੇ ਬਿਲਕੁਲ ਠੀਕ ਹੈ। ਉਹ ਕਹਿ ਰਿਹਾ ਨਾ ਕਿ ਮੈਨੂੰ ਪਤਾ ਸੀਗਾ ਕਿ ਉਹ ਬਰੋਸ਼ਰ ਵੱਲ ਨਹੀਂ ਦੇਖ ਰਿਹਾ ਸੀ, ਪਰ ਉਹਦੀਆਂ ਕਿਉਂਕਿ ਅੱਖਾਂ ਜਿਹੜੀਆਂ ਸੀਗੀਆਂ ਉਹ ਧੁੱਪ ਦੀਆਂ ਐਨਕਾਂ ਨਾਲ ਢੱਕੀਆਂ ਹੋਈਆਂ ਸੀਗੀਆਂ, ਇਸ ਕਰਕੇ ਭੁਲੇਖਾ ਪੈਂਦਾ ਸੀ ਉਹ ਦੇਖ ਰਿਹਾ, ਪਰ ਕਹਿੰਦਾ ਮੈਨੂੰ ਪਤਾ ਉਹ ਨਹੀਂ ਦੇਖ ਰਿਹਾ ਸੀ। ਫਿਰ ਹੀ ਵਾਜ਼ ਦਾ ਮਿਸਟੀਰੀਅਸ ਸਟ੍ਰੇਂਜਰ ਹੂ ਹੈਡ ਹੈਲਪ ਮੀ, ਇਹ ਵੀ ਗੱਲ ਸਹੀ ਹੈ, ਉਹ ਭੇਤ ਭਰਿਆ ਅਣਜਾਣ ਆਦਮੀ ਸੀ ਜਿਹਨੇ ਮੇਰੀ ਮਦਦ ਕੀਤੀ ਸੀ। ਫਿਰ ਕਹਿੰਦੇ ਆਈ ਸੈਡ ਅ ਸਾਇਲੈਂਟ ਪ੍ਰੇਅਰ ਫॉर ਹਿਮ, ਇਹ ਵੀ ਗੱਲ ਸਹੀ ਹੈ, ਕਹਿੰਦੇ ਮੈਂ ਮਨ ਹੀ ਮਨ ਉਹਦੇ ਲਈ ਅਰਦਾਸ ਕੀਤੀ। ਫਿਰ ਕਹਿੰਦਾ ਨਾਓ ਆਈ ਲਿਵ ਐਨ ਅਨਹੈਪੀ ਲਾਈਫ, ਇਹ ਤੇ ਗਲਤ ਗੱਲ ਹੈ, ਉਹਨੇ ਕਿਤੇ ਨਹੀਂ ਗਿਆ। ਕਹਿੰਦਾ ਮੈਂ ਹੁਣ ਇੱਕ ਉਦਾਸ ਜ਼ਿੰਦਗੀ ਜੀ ਰਿਹਾ ਹਾਂ, ਇਹ ਗੱਲ ਉਹਨੇ ਕਿਤੇ ਵੀ ਨਹੀਂ ਕਹੀ, ਉੱਥੇ ਲਿਖਿਆ ਨਾਓ ਆਈ ਲਿਵ ਐਨ ਓਨੈਸਟ ਲਾਈਫ, ਮੈਂ ਹੁਣ ਇਮਾਨਦਾਰ ਜ਼ਿੰਦਗੀ ਜੀ ਰਿਹਾ ਹਾਂ। ਸੋ ਇਹ ਜਿਹੜਾ ਕਥਨ ਹੈ ਇਹ ਗਲਤ ਹੋ ਗਿਆ। ਸੋ ਐਸੀ ਪਿਆਰੇ ਵਿਦਿਆਰਥੀਓ ਤੁਹਾਡਾ ਪੈਰਾਗ੍ਰਾਫ ਨੰਬਰ 8 ਜੋ ਕਿ ਤੁਹਾਡੇ ਟਰਮ 1 ਦਾ ਆਖਰੀ ਪੈਰਾਗ੍ਰਾਫ ਸੀ। ਸੋ ਤੁਸੀਂ ਇਸੇ ਤਰ੍ਹਾਂ ਮਨ ਲਗਾ ਕੇ ਅਨੁਸ਼ਾਸਨ ਦੇ ਨਾਲ, ਜੋਸ਼ ਫਰੋਸ਼ ਦੇ ਨਾਲ, ਪੂਰੀ ਜੋਸ਼ ਦੇ ਨਾਲ ਮਨ ਲਗਾ ਕੇ ਮਿਹਨਤ ਦੇ ਨਾਲ ਆਪਣੀ ਪੜ੍ਹਾਈ ਕਰੀ ਚਲੋ। ਤੇ ਅਗਲੇ ਵੀਡੀਓ ਤੱਕ ਲਈ ਗੁੱਡ ਬਾਏ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਰੱਬ ਰਾਖਾ। ਥੈਂਕ ਯੂ ਵੈਰੀ ਮਚ।